ਸੋ ਕੱਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਵੇਗਾ। 10 ਮਾਰਚ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦੀ ਜਿਹੜਾ ਹੈ ਕੰਮ ਉਹ ਸ਼ੁਰੂ ਹੋਏਗਾ, ਜਿਸ ਦਾ ਕਿ ਇੰਤਜ਼ਾਰ ਬੇਸਬਰੀ ਨਾਲ ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਸੋ ਨਤੀਜੇ ਤੋਂ ਪਹਿਲਾਂ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਇਸ ਵੇਲੇ ਵਧੀਆਂ ਹੋਈਆਂ ਨੇ। ਸੋ ਕੱਲ ਦਾ ਉਹ ਦਿਨ ਜਦੋਂ ਕਿ ਇਸ ਗੱਲ ਦਾ ਇੰਤਜ਼ਾਰ ਖਤਮ ਹੋਏਗਾ ਕਿ ਅਗਲੇ 5 ਸਾਲ ਕੌਣ ਸੂਬੇ ਦੀ ਸੱਤਾ ਨੂੰ ਸੰਭਾਲੇਗਾ। 10 ਮਾਰਚ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ। ਨਤੀਜੇ ਤੋਂ ਪਹਿਲਾਂ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਜ਼ਰੂਰ ਵਧੀਆਂ ਹੋਈਆਂ ਨੇ। ਕੁੱਲ 1304 ਉਮੀਦਵਾਰ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜੋ ਕਿ ਈਵੀਐਮ ਦੇ ਵਿੱਚ ਕੈਦ ਹੈ, ਲੇਕਿਨ ਕਿਸ ਦੇ ਹੱਕ ਵਿੱਚ ਜਨਤਾ ਨੇ ਫਤਵਾ ਦਿੱਤਾ ਹੈ ਇਹ ਕੱਲ ਸਾਫ਼ ਹੋਏਗਾ। ਸਭ ਤੋਂ ਪਹਿਲਾਂ ਪੋਸਟਲ ਬੈਲਟ ਰਾਹੀਂ ਪਾਈਆਂ ਵੋਟਾਂ ਦੀ ਗਿਣਤੀ ਹੋਵੇਗੀ। 14 ਰਾਉਂਡ ਦੇ ਵਿੱਚ ਕੁੱਲ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋਏਗੀ, ਮੁਕੰਮਲ ਹੋਏਗੀ। ਕਾਊਂਟਿੰਗ ਸੈਂਟਰਸ ਦੇ ਬਾਹਰ ਸੁਰੱਖਿਆ ਦਾ ਸਖਤ ਪਹਿਰਾ ਵੀ ਕੀਤਾ ਗਿਆ। ਸੋ ਤਿਆਰੀਆਂ ਕਰ ਲਈਆਂ ਗਈਆਂ ਨੇ। ਸੋ ਈਵੀਐਮ ਮਸ਼ੀਨਾਂ ਜਿਨ੍ਹਾਂ ਦੇ ਵਿੱਚ ਨਾ तमाम ਉਮੀਦਵਾਰ 1304 ਉਮੀਦਵਾਰ ਨੇ ਪੰਜਾਬ ਦੇ ਜੋ ਕਿ ਆਪਣੀ ਕਿਸਮਤ ਆਜ਼ਮਾ ਰਹੇ ਨੇ ਵਿਧਾਨ ਸਭਾ ਚੋਣਾਂ ਵਿੱਚ। ਹਾਲਾਂਕਿ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਲੇਕਿਨ ਕਿਸ ਦਾ ਦਾਅਵਾ ਸਹੀ ਬੈਠਦਾ ਹੈ, ਕੌਣ ਜੇਤੂ ਰਹਿੰਦਾ ਹੈ, ਕੌਣ ਇਹ ਪਛੜ ਜਾਏਗਾ, ਇਸ ਦੌਰ ਦੇ ਵਿੱਚ ਅਜੇ ਵਿਚਕਾਰ ਉਸ ਦੇ ਲਈ ਇੰਤਜ਼ਾਰ ਕਰਨਾ ਪਏਗਾ। ਕੱਲ ਜਦੋਂ ਸਵੇਰੇ 8 ਵਜੇ ਈਵੀਐਮ ਦਾ ਪਿਟਾਰਾ ਖੁੱਲੇਗਾ ਤੇ ਇਸ ਦੇ ਚੋਂ ਕਾਊਂਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ। ਪਤਰਸ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪਤਰਸ, ਬੀਤੇ ਕਈ ਦਿਨਾਂ ਦੀ ਕਵਾਇਦ ਜਿਹੜੀ ਹੈ, ਆਖਿਰਕਾਰ ਕੱਲ ਉਹ ਨਤੀਜੇ ਵਾਲਾ ਦਿਨ ਜਿਸ ਨੂੰ ਲੈ ਕੇ ਇੰਨੀ ਲੰਬੀ ਜਿਹੜੀ ਜੱਦੋਜਹਿਦ ਰਹੀ ਔਰ ਉਸ ਨੂੰ ਲੈ ਕੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਏਗਾ, ਕੀ ਕੁਝ ਮਾਹੌਲ ਔਰ ਕੀ ਕੁਝ ਤਿਆਰੀ ਉਸ ਨੂੰ ਲੈ ਕੇ ਨਜ਼ਰ ਆ ਰਹੀ ਹੈ? ਬਿਲਕੁਲ ਆਦਾ ਆਖਿਰ ਉਹ ਦਿਨ ਆ ਰਿਹਾ ਜਿਸ ਦਾ ਕਿ ਸਿਆਸੀ ਉਮੀਦਵਾਰਾਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ। 10 ਮਾਰਚ ਦਾ ਅਹਿਮ ਦਿਨ, ਪੰਜਾਬ ਦੀ ਨਵੀਂ ਸਰਕਾਰ ਦਾ ਜਿਸ ਦਿਨ ਐਲਾਨ ਹੋਣ ਵਾਲਾ, ਔਰ ਕਾਊਂਟਿੰਗ ਸੈਂਟਰ ਦੇ ਬਾਹਰ ਅਸੀਂ ਖੜੇ ਹੈਗੇ ਆ ਜਿੱਥੇ ਈਵੀਐਮ ਮਸ਼ੀਨਾਂ 10 ਮਾਰਚ ਤੋਂ ਸਟਰੋਂਗ ਰੂਮਾਂ ਦੇ ਵਿੱਚ ਰੱਖੀਆਂ ਹੋਈਆਂ ਨੇ। ਔਰ ਇਸੇ ਤਰੀਕੇ ਦੇ ਨਾਲ ਜਲੰਧਰ ਜ਼ਿਲ੍ਹੇ ਦੀ ਵਿਸ਼ੇਸ਼ ਤੌਰ ਤੇ ਗੱਲ ਕਰਾਂ ਤਾਂ 3 ਇਮਾਰਤਾਂ ਜਿਹੜੀਆਂ ਨੇ ਨਾਲ ਹੈਗੀਆਂ ਨੇ ਜਿੱਥੇ 9 ਵਿਧਾਨ ਸਭਾ ਹਲਕਿਆਂ ਦੀਆਂ ਮਸ਼ੀਨਾਂ ਪਈਆਂ ਨੇ ਔਰ ਤਿਆਰੀਆਂ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਕਰ ਲਈਆਂ ਗਈਆਂ ਨੇ। ਅੱਜ ਇੱਕ ਵਾਰ ਫਿਰ ਫਾਈਨਲ ਰਿਹਰਸਲ ਦੇ ਵਾਸਤੇ ਜਿਹੜੇ ਅਮਲਾ ਹੈਗਾ ਆ ਉਹ ਇੱਥੇ ਬੁਲਾਇਆ ਗਿਆ ਔਰ ਸਖਤ ਸੁਰੱਖਿਆ ਦਾ ਜਿਹੜਾ ਪਹਿਰਾ ਉਹ ਇਸ ਕੰਪਲੈਕਸ ਦੇ ਆਲੇ ਦੁਆਲੇ ਹੈਗਾ, ਕਿਉਂਕਿ 9 ਵਿਧਾਨ ਸਭਾ ਹਲਕੇ ਹੈਗੇ ਨੇ ਔਰ 3 ਇਮਾਰਤਾਂ ਨੇ ਜਿਨ੍ਹਾਂ ਦੇ ਵਿੱਚ ਸਪੋਰਟਸ ਕਾਲਜ ਹੈ, ਮੈਰੀਟੋਰੀਅਸ ਸਕੂਲ ਹੈ ਔਰ ਜਿਹੜਾ ਲੈਂਡ ਰਿਕਾਰਡ ਦੀ ਬਿਲਡਿੰਗ ਹੈਗੀ ਹੈ। ਇਹਨਾਂ ਤਿੰਨਾਂ ਇਮਾਰਤਾਂ ਦੇ ਵਿੱਚ 9 ਹਲਕਿਆਂ ਦੀਆਂ ਮਸ਼ੀਨਾਂ ਰੱਖੀਆਂ ਗਈਆਂ ਨੇ ਔਰ 9 ਹਲਕਿਆਂ ਦੀ ਕਾਊਂਟਿੰਗ ਜਿਹੜੀ ਹੈ ਕੀਤੀ ਜਾਣੀ ਹੈ। ਈਵੀਐਮ ਮਸ਼ੀਨਾਂ ਦੇ ਨਾਲ ਜਿਹੜੀਆਂ ਵੀਵੀਪੈਟ ਮਸ਼ੀਨਸ ਹੈਗੀਆਂ ਨੇ ਜਾਂ ਜਿਹੜੇ ਪੋਸਟਲ ਬੈਲਟਸ ਦੇ ਰਾਹੀਂ ਜਿਹੜੀਆਂ ਵੋਟਾਂ ਆਈਆਂ ਨੇ ਉਹਨਾਂ ਦੀ ਗਿਣਤੀ ਵੀ ਜਿਹੜੀ ਹੋਣੀ ਹੈਗੀ ਹੈ। ਤਾਂ 621 ਤੋਂ ਵੱਧ ਜਿਹੜਾ ਅਮਲੇ ਦਾ ਜਿਹੜਾ ਸਟਾਫ ਹੈ ਉਹ ਇਹਨਾਂ ਵੋਟਾਂ ਦੀ ਗਿਣਤੀ ਦੇ ਵਾਸਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਤਾਇਨਾਤ ਕੀਤਾ ਗਿਆ। ਸਖਤ ਸੁਰੱਖਿਆ ਦਾ ਪਹਿਰਾ ਬਾਹਰ ਵਾਲੇ ਪਾਸੇ ਦੇ ਨਾਲ ਅੰਦਰ ਜਿੱਥੇ ਈਵੀਐਮ ਮਸ਼ੀਨਾਂ ਸਟਰੋਂਗ ਰੂਮਾਂ ਦੇ ਵਿੱਚ ਪਈਆਂ ਹੋਈਆਂ ਨੇ, ਪੈਰਾਮਿਲਟਰੀ ਫੋਰਸਸ ਦੇ ਨਾਲ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਦੇ ਵਿੱਚ ਲਗਾਤਾਰ ਉੱਥੇ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਕੀਤੀ ਗਈ ਹੈ। ਔਰ ਹੁਣ ਆਖਿਰ ਉਹ ਦਿਨ ਆਉਣ ਵਾਲਾ ਜਦੋਂ 10 ਮਾਰਚ ਦੀ ਸਵੇਰ 8 ਵਜੇ ਇਹ ਈਵੀਐਮ ਮਸ਼ੀਨਾਂ ਖੁੱਲਣਗੀਆਂ। ਉਮੀਦਵਾਰਾਂ ਦੀ ਕਿਸਮਤ ਖੁੱਲੇਗੀ, ਕਿਹੜਾ ਉਮੀਦਵਾਰ ਜਿੱਤ ਕੇ ਇਹਨਾਂ ਇਮਾਰਤਾਂ ਦੇ ਵਿੱਚੋਂ ਬਾਹਰ ਨਿਕਲਦਾ ਉਹ 10 ਮਾਰਚ ਦਾ ਦਿਨ ਤੈਅ ਕਰੇਗਾ। ਪਰ ਉਸ ਤੋਂ ਪਹਿਲਾਂ ਸਖਤ ਸੁਰੱਖਿਆ ਔਰ ਤਿਆਰੀਆਂ ਜਿਹੜੀਆਂ ਪੂਰੀਆਂ ਪ੍ਰਸ਼ਾਸਨ ਦੇ ਵੱਲੋਂ ਕਰ ਲਈਆਂ ਗਈਆਂ ਨੇ। ਔਰ ਤੁਹਾਨੂੰ ਦੱਸ ਦਈਏ ਕਿ ਕੱਲ ਇਸ ਵੇਲੇ ਤੱਕ ਯਾਨੀ ਕਿ ਕੱਲ 10 ਮਾਰਚ ਸਵੇਰੇ 10 ਵਜੇ ਤੱਕ ਜਿਹੜੇ ਸ਼ੁਰੂਆਤੀ ਰੁਝਾਨ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ, ਕਿਉਂਕਿ ਸ਼ੁਰੂਆਤੀ ਰਾਉਂਡਸ ਦੇ ਵਿੱਚ ਜਿਹੜੀਆਂ ਕਾਫੀ ਕੁਝ ਜਿਹੜੀਆਂ ਸਿਚੁਏਸ਼ਨਸ ਆ ਉਹ ਕਲੀਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਕੱਲ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਪੰਜਾਬ ਦੀ ਸਿਆਸਤ ਦੇ ਵਾਸਤੇ। ਤਾਂ ਉਸ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਔਰ ਜਿਹੜਾ ਕਾਊਂਟਿੰਗ ਅਮਲਾ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਬਰ ਤਿਆਰ ਹੈ ਇਹਨਾਂ ਵੋਟਾਂ ਦੀ ਗਿਣਤੀ ਨੂੰ ਲੈ ਕੇ। ਜੀ ਬਿਲਕੁਲ, ਕਿਉਂਕਿ ਅਗਲੇ 5 ਸਾਲ ਪੰਜਾਬ ਦਾ ਭਵਿੱਖ ਜਿਹੜਾ ਹੈ ਜਨਤਾ ਨੇ ਤੈਅ ਕੀਤਾ ਹੈ, ਲੇਕਿਨ ਇਸ ਦੇ ਬਾਰੇ ਖੁਲਾਸਾ ਕੱਲ ਹੋਏਗਾ ਜਿਸ ਦਾ ਕਿ ਇੰਤਜ਼ਾਰ ਹੁਣ ਹਰ ਕਿਸੇ ਉਮੀਦਵਾਰ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਲਗਾਤਾਰ ਔਰ ਖਾਸ ਤੌਰ ਤੇ ਇਸ ਵਾਰ ਦੀ ਜਿੱਤ ਚੋਣ ਦੀ ਅਸੀਂ ਗੱਲ ਕਰਦੇ ਹਾਂ ਪਤਰਸ ਤੇ ਤੁਸੀਂ ਵੀ ਜ਼ਰੂਰ ਵੇਖਿਆ ਹੈ ਕਿ ਇਸ ਵਾਰ ਦਾ ਮੁਕਾਬਲਾ ਬੇਹੱਦ ਦਿਲਚਸਪ ਹੈ, ਬਹੁਤ ਕੋਣੀ ਮੁਕਾਬਲਾ, ਜਿਸ ਨੂੰ ਲੈ ਕੇ ਵੀ ਖਾਸੀਆਂ ਜਿਹੜੀਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਉਮੀਦਵਾਰ ਵੀ ਅਤੇ ਜਿਹੜੇ ਵੋਟਰ ਸਨ ਉਹ ਵੀ ਦੁਚਿੱਤੀ ਰਹੇ ਹੋਣਗੇ, ਕਿਉਂਕਿ ਇਸ ਵਾਰ ਮੁਕਾਬਲਾ ਬੇਹੱਦ ਬਹੁਤ ਕੋਣੀ ਵੇਖਣ ਨੂੰ ਮਿਲਿਆ। ਬਿਲਕੁਲ ਉਹਦਾ ਮੁਕਾਬਲਾ ਬੇਹੱਦ ਬਹੁਤ ਕੋਣੀ ਰਿਹਾ ਔਰ ਇਸ ਸਭ ਦੇ ਵਿਚਕਾਰ ਉਮੀਦਵਾਰਾਂ ਦੀਆਂ ਦਿਲ ਦੀਆਂ ਧੜਕਣਾਂ ਇਸੇ ਕਰਕੇ ਤੇਜ਼ ਹੈਗੀਆਂ ਨੇ, ਕਿਉਂਕਿ ਪਹਿਲਾਂ ਸਿੱਧਾ ਮੁਕਾਬਲਾ ਹੁੰਦਾ ਸੀਗਾ। ਇੱਕ ਪਾਸੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਹੁੰਦੇ ਸਨ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੁੰਦੇ ਸਨ। ਪਰ ਇਸ ਤਰੀਕੇ ਨਾਲ ਜਿਵੇਂ ਵੱਖ-ਵੱਖ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਨੇ ਔਰ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਸਨ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਸਨ, ਤਾਂ ਸਭ ਪਾਰਟੀਆਂ ਦੇ ਵੱਲੋਂ ਸਭ ਉਮੀਦਵਾਰਾਂ ਦੇ ਵੱਲੋਂ ਜਿੱਥੇ ਵੋਟਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਸੀ ਪਿਛਲੇ ਦਿਨਾਂ ਤੋਂ ਕਿ ਜਿਹੜੀ ਵੋਟ ਫੀਸਦ ਸੀ ਉਸ ਦਾ ਲਗਾਤਾਰ ਮੁਲਾਂਕਣ ਕੀਤਾ ਜਾ ਰਿਹਾ ਸੀ। ਆਖਰ ਹੁਣ ਉਹ ਦਿਨ ਆਉਣ ਵਾਲਾ, ਕੁਝ ਘੰਟਿਆਂ ਦਾ ਸਮਾਂ ਬਾਕੀ ਬਚਿਆ ਜਦੋਂ ਸਾਰਾ ਨਿਤਾਰਾ ਹੋ ਜਾਣਾ ਹੈ ਕਿ ਕਿਹੜਾ ਉਮੀਦਵਾਰ ਜਾਂ ਕਿਹੜੀ ਪਾਰਟੀ ਕਿੰਨੀਆਂ ਵੋਟਾਂ ਲੈ ਕੇ ਕਿਹੜਾ ਫਤਵਾ ਲੈ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਪਹੁੰਚਣ ਵਾਲੀ ਹੈ। ਤਾਂ ਉਸ ਘੜੀ ਨੂੰ ਲੈ ਕੇ ਜਿੱਥੇ
ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਨੇ। ਉਮੀਦਵਾਰ ਆਪੋ ਆਪਣੇ ਤਰੀਕੇ ਨਾਲ ਪਰਮਾਤਮਾ ਨੂੰ ਯਾਦ ਕਰ ਰਹੇ ਨੇ ਜਾਂ ਆਸਾਂ ਅਰਦਾਸਾਂ ਲੈ ਕੇ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੇ ਨੇ ਜਾਂ ਆਪਣੇ ਸਮਰਥਕਾਂ ਦੇ ਨਾਲ ਲਗਾਤਾਰ ਬੈਠਕਾਂ ਕਰ ਰਹੇ ਨੇ। ਤਾਂ ਦੂਸਰੇ ਪਾਸੇ ਪ੍ਰਸ਼ਾਸਨ ਜਿਹੜਾ ਆ ਉਹ ਲਗਾਤਾਰ ਤਿਆਰ ਬਰ ਤਿਆਰ ਹੈ। ਇੰਤਜ਼ਾਮਾਤ ਜਿਹੜੇ ਨੇ ਉਹ ਮੁਕੰਮਲ ਕੀਤੇ ਜਾ ਰਹੇ ਨੇ, ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਨੇ ਔਰ ਫਾਈਨਲ ਰਿਹਰਸਲ ਜਿਹੜੀ ਹੈ ਇੱਕ ਵਾਰ ਫਿਰ ਜਿਹੜੀ ਹੈ ਕੀਤੀ ਜਾਣ ਵਾਲੀ ਹੈ, ਕਿਉਂਕਿ ਪ੍ਰਸ਼ਾਸਨ ਆਖਿਰ ਹੈ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਾ ਲੈਫਟ ਨਹੀਂ ਰੱਖਣਾ ਚਾਹੁੰਦੇ, ਕਿਸੇ ਤਰ੍ਹਾਂ ਦਾ ਕੋਈ 1% ਵੀ ਜਿਹੜਾ ਐਰਰ ਉਹ ਜਿਹੜਾ ਅਸੀਂ ਨਹੀਂ ਛੱਡਣਾ ਚਾਹੁੰਦੇ ਕਿ ਕਾਊਂਟਿੰਗ ਨੂੰ ਲੈ ਕੇ ਕਿਸੇ ਦੇ ਵੱਲੋਂ ਕੋਈ ਕਿੰਤੂ ਪਰੰਤੂ ਕੀਤਾ ਜਾ ਸਕੇ। ਪਰ ਤਿਆਰੀਆਂ ਜਿਹੜੀਆਂ ਨੇ ਉਹ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਨੇ ਔਰ ਕਾਊਂਟਿੰਗ ਸੈਂਟਰ ਜਿਹੜੇ ਆ 9 ਜਿਹੜੇ ਆ ਉਹ ਅਲੱਗ-ਅਲੱਗ ਹਲਕਿਆਂ ਦੇ ਔਰ ਇਸ ਵਾਰ ਤੁਹਾਨੂੰ ਦੱਸ ਦਈਏ ਕਿ 14 ਰਾਊਂਡ ਦੇ ਵਿੱਚ ਕਾਊਂਟਿੰਗ ਹੋਣੀ ਆ ਔਰ ਪਹਿਲੀ ਵਾਰ ਹੋਏਗਾ ਕਿ ਕੋਵਿਡ ਦੇ ਚੱਲਦਿਆਂ ਅੱਗੇ ਜਿੱਥੇ ਇੱਕੋ ਹਾਲ ਦੇ ਵਿੱਚ 14 ਟੇਬਲ ਲੱਗਦੇ ਹੁੰਦੇ ਸਨ, ਹੁਣ ਇੱਕ ਹਾਲ ਦੇ ਵਿੱਚ ਸਿਰਫ ਤੇ ਸਿਰਫ 7 ਟੇਬਲ ਲੱਗਣਗੇ। ਕਹਿਣ ਦਾ ਭਾਵ ਕਿ ਇੱਕ ਹਲਕੇ ਦੇ ਵਾਸਤੇ 2 ਵੱਖ-ਵੱਖ ਹਾਲਾਂ ਦੇ ਵਿੱਚ ਗਿਣਤੀ ਹੋਣੀ ਹੈ। ਪਹਿਲਾਂ ਈਵੀਐਮ ਦੀ ਕਾਊਂਟਿੰਗ ਹੋਏਗੀ, ਉਸ ਤੋਂ ਬਾਅਦ ਫਿਰ ਵੀਵੀਪੈਟ ਮਸ਼ੀਨਾਂ ਦਾ ਮੁਲਾਂਕਣ ਹੋਏਗਾ ਔਰ ਫਿਰ ਬੈਲਟ ਜਿਹੜੀਆਂ ਪੋਸਟਲ ਦੇ ਰਾਹੀਂ ਜਿਹੜੀਆਂ ਵੋਟਾਂ ਆਈਆਂ ਨੇ ਫਿਰ ਉਹਨਾਂ ਦੀ ਗਿਣਤੀ ਹੋਣੀ ਹੈ। ਤਾਂ ਵੈਸੇ ਤਾਂ ਦੁਪਹਿਰ 2 ਵਜੇ ਤੱਕ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਆਖਿਆ ਜਾ ਰਿਹਾ ਕਿ 2 ਵਜੇ ਤੱਕ ਸਾਰੀ ਜਿਹੜੀ ਹੈ ਕਾਊਂਟਿੰਗ ਈਵੀਐਮ ਮਸ਼ੀਨਾਂ ਦੀ ਮੁਕੰਮਲ ਹੋ ਜਾਏਗੀ, ਪਰ ਉਸ ਤੋਂ ਬਾਅਦ ਵੀਵੀਪੈਟ ਔਰ ਜਿਹੜੀਆਂ ਪੋਸਟਲ ਬੈਲਟ ਰਾਹੀਂ ਵੋਟਾਂ ਆਈਆਂ ਨੇ ਉਹਨਾਂ ਦਾ ਮੁਕੰਮਲ ਗਿਣਤੀ ਕਰਦੇ ਕਰਦੇ ਜਿਹੜੀ ਗਿਣਤੀ ਹੈ ਉਹ ਸ਼ਾਮ ਦੇ 5 ਵਜੇ ਤੱਕ ਸਾਰੀ ਗਿਣਤੀ ਹੈ ਉਹ ਸਾਹਮਣੇ ਆ ਜਾਏਗੀ। ਪਰ ਕੱਲ ਸਵੇਰ 10 ਵਜੇ ਤੱਕ ਸ਼ੁਰੂਆਤ ਜਿਹੜੇ ਰੁਝਾਨ ਹੈ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਕਿ ਪੰਜਾਬ ਦੇ ਉੱਤੇ ਕਿਸ ਦਾ ਜਿਹੜਾ ਉਹ ਕਬਜ਼ਾ ਹੋਣ ਵਾਲਾ ਹੈ ਜਾਂ ਪੰਜਾਬ ਦੇ ਲੋਕ ਕਿਸ ਦੇ ਹੱਥ ਆਪਣੀ ਵਾਗਡੋਰ ਸੌਂਪਣ ਵਾਲੇ ਨੇ ਜਾਂ ਕਿਸ ਦਾ ਹੋਣ ਜਾ ਰਿਹਾ ਪੰਜਾਬ। ਕੱਲ 10 ਵਜੇ ਤੱਕ ਸਾਰੇ ਸ਼ੁਰੂਆਤੀ ਰੁਝਾਨ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਜੀ ਪਤਰਸ, ਸ਼ੁਕਰੀਆ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਲਈ। ਸੋ ਜਿਸ ਤਰ੍ਹਾਂ ਦੇ ਨਾਲ ਕੱਲ ਦਾ ਦਿਨ ਅਹਿਮ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਹੁਣ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ, ਰਿਹਰਸਲ ਚੱਲ ਰਹੀਆਂ ਨੇ, ਕਿਉਂਕਿ ਕੱਲ ਦਾ ਦਿਨ ਬਹੁਤ ਪੰਜਾਬ ਦੇ ਲਈ ਅਹਿਮ ਰਹਿਣ ਵਾਲਾ ਹੈ।